सतनाम करता पुरख निरभउ निर्वैर अकाल मूरत अजूनी सैभं गुर प्रसाद। जपवाद सच जुगाद सच है भी सच नानक होसी भी सच। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ ਅਨਭਉ ਪ੍ਰਕਾਸ਼ ਸੰਤੋਖ ਸਹਿਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਮਹੱਲਾ ਤੀਜਾ। ਏ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ। ਟੋਟਾ ਮੂਲ ਨ ਆਵਈ ਲਾਹਾ ਸਦ ਹੀ ਹੋਏ। ਏ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ। ਟੋਟਾ ਮੂਲ ਨ ਆਵਈ ਲਾਹਾ ਸਦ ਹੀ ਹੋਏ। ਖਾਧੈ ਖਰਚਿਐ ਟੋਟ ਨ ਆਵਈ ਸਦਾ ਸਦਾ ਉਹ ਦੇ। ਸਹਿਸਾ ਮੂਲ ਨ ਹੋਵਈ ਹਾਣਤ ਕਦੇ ਨ ਹੋਏ। ਨਾਨਕ ਗੁਰਮੁਖ ਪਾਈਐ ਜਾ ਕਉ ਨਦਰ ਕਰੇ। ਪੌੜੀ। ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ। ਆਪੇ ਗੁਪਤ ਵਰਤਦਾ ਆਪੇ ਹੀ ਜਾਹਰ। ਜੁਗ ਛਤੀ ਗੁਬਾਰ ਕਰ ਵਰਤਿਆ ਸੁਨਾਹਰ। ਓਥੈ ਵੇਦ ਪੁਰਾਣ ਨ ਸਾਸਤਾ ਆਪੇ ਹਰ ਨਰਹਰ। ਬੈਠਾ ਤਾੜੀ ਲਾਏ ਆਪ ਸਭ ਦੂਹਈ ਬਾਹਰ। ਆਪਣੀ ਮਿਤ ਆਪ ਜਾਣਦਾ ਆਪੇ ਹੀ ਗੌਹਰ। ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ। ਆਪਣੀ ਮਿਤ ਆਪ ਜਾਣਦਾ ਆਪੇ ਹੀ ਗੌਹਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮਾਂ ਵਾਕ ਅਨੁਸਾਰ ਅੰਮ੍ਰਿਤ ਵੇਲੇ ਦੇ ਦੀਵਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸੱਜੇ ਹਨ। ਆਪ ਜੀ ਨੇ ਜਿੱਥੇ ਗੁਰਬਾਣੀ ਦਾ ਨਿਤਨੇਮ ਸਰਵਣ ਕੀਤਾ ਹੈ, ਭਾਈ ਸਾਹਿਬ ਰਿਆਮ ਸਿੰਘ ਜੀ ਦੇ ਜਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਵੀ ਮਾਣਿਆ ਹੈ। ਮਹਾਰਾਜ ਸਾਹਿਬ ਜੀ ਨੇ ਗੁਰੂ ਕੇ ਸਿੱਖਾਂ ਵਾਸਤੇ ਬੜੇ ਅਨਮੋਲ ਖਜ਼ਾਨੇ ਲਿਆਂਦੇ ਸੱਚਖੰਡ ਤੋਂ। ਹਰ ਚੀਜ਼ ਬੇਸ਼ਕੀਮਤੀ ਹੈ। ਗੁਰੂ ਖਾਲਸੇ ਪੰਥ ਦੀ, ਗੁਰੂ ਨਾਨਕ ਦੇ ਪੰਥ ਦੀ ਕੋਈ ਐਸੀ ਵਸਤੂ ਨਹੀਂ ਜਿਹੜੀ ਬੇਕਾਰ ਹੋਵੇ, ਲੋੜਵੰਦ ਨਾ ਹੋਵੇ। ਹਰ ਚੀਜ਼ ਦੀ ਅਹਿਮੀਅਤ ਹੈ, ਹਰ ਚੀਜ਼ ਦੀ ਵਿਸ਼ੇਸ਼ਤਾ ਹੈ। ਸਭ ਤੋਂ ਜ਼ਿਆਦਾ ਵਿਸ਼ੇਸ਼ਤਾ ਗੁਰੂ ਕੀ ਬਾਣੀ ਦੀ ਹੈ। ਗੁਰਬਾਣੀ ਦਾ ਪਾਠ
ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ, ਇਹ ਜਿਤਨੀ ਸਾਡੇ ਲਈ ਉਪਯੋਗੀ ਹੈ, ਇਤਨਾ ਸੰਸਾਰ ਦਾ ਕੋਈ ਵੀ ਪਦਾਰਥ ਸਾਨੂੰ ਸੁੱਖ ਨਹੀਂ ਦੇ ਸਕਦਾ, ਸਾਡੇ ਕੰਮ ਨਹੀਂ ਆ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਹੀ ਬਚਨ ਹੈ, ਮੈਂ ਗੁਰਬਾਣੀ ਆਧਾਰ ਹੈ, ਭਾਵ ਮੇਰਾ ਜੀਵ ਆਤਮਾ ਦਾ ਆਸਰਾ ਗੁਰਬਾਣੀ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਇਸ ਕਰਕੇ ਮੇਰਾ ਮਨ ਸਦਾ ਗੁਰੂ ਕੀ ਬਾਣੀ ਨਾਲ ਲੱਗਾ ਰਹੇ। ਮੈਂ ਸਾਰਾ ਸਮਾਂ ਆਪਣੀ ਜ਼ਿੰਦਗੀ ਦਾ ਗੁਰਬਾਣੀ ਸੁਣਦਾ ਰਹਾਂ, ਗੁਰਬਾਣੀ ਪੜ੍ਹਦਾ ਰਹਾਂ, ਗੁਰਬਾਣੀ ਜਪਦਾ ਰਹਾਂ। ਮੇਰੀ ਸੁਰਤੀ ਗੁਰੂ ਦੀ ਬਾਣੀ ਨਾਲ ਜੁੜੀ ਰਹੇ, ਇਹੀ ਮੇਰੀ ਤਮੰਨਾ ਹੈ, ਇਹੀ ਮੇਰੀ ਅਰਦਾਸ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ 'ਚ ਸੁਭਾਏਮਾਨ ਹੋ ਕੇ ਆਪ ਜੀ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਆਓ ਪ੍ਰੇਮ ਨਾਲ ਸੱਚੇ ਪਾਤਸ਼ਾਹ ਜੀ ਦੇ ਬਚਨ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਿਹਾਗੜੇ ਦੀ ਵਾਰ ਵਿੱਚ ਇਹ ਪਾਵਨ ਸ਼ਲੋਕ ਉਚਾਰਨ ਕਰਦੇ ਹਨ। ਇਹ ਮਨ ਇਹੋ ਧਨ ਨਾਮ ਹੈ, ਇਹ ਮੇਰੇ ਮਨਾ, ਇਹ ਪਰਮੇਸ਼ਰ ਦੇ ਨਾਮ ਦਾ ਧਨ ਜੋ ਹੈ, ਇਹ ਬੜਾ ਮਹਾਨ ਧਨ ਹੈ। ਜਿਹੜਾ ਦੁਨਿਆਵੀ ਧਨ ਹੈ, ਮਾਇਆਵੀ ਧਨ ਹੈ, ਕਈ ਪ੍ਰਕਾਰ ਦਾ ਧਨ ਲੋਕਾਂ ਨੇ ਘਰਾਂ 'ਚ ਰੱਖਿਆ ਹੁੰਦਾ ਹੈ। ਧਨ ਸ਼ਬਦ ਧਨ ਤੋਂ ਬਣਿਆ ਹੈ, ਜੋ ਖਾਣ ਵਾਸਤੇ ਵਸਤੂਆਂ, ਆਟਾ, ਦਾਲ, ਚਾਵਲ, ਕਣਕ, ਦਾਲਾਂ, ਸਬਜ਼ੀਆਂ, ਇਹਨੂੰ ਪਹਿਲਾਂ ਲੋਕ ਧਨ ਕਿਹਾ ਕਰਦੇ ਸਨ। ਪ੍ਰਾਚੀਨ ਕਾਲ ਦੇ ਵਿੱਚ ਜਦੋਂ ਪੈਸੇ ਦੀ, ਮੋਹਰਾਂ ਦੀ, ਸੋਨੇ ਚਾਂਦੀ ਦੀ ਵਰਤੋਂ, ਪੂੰਜੀ ਦੀ ਵਰਤੋਂ ਨਹੀਂ ਸੀ, ਉਦੋਂ ਲੋਕ ਧਨ ਦੇ ਨਾਲ ਹੀ ਇੱਕ ਦੂਜੇ ਨੂੰ ਆਪਣਾ ਆਦਾਨ ਪ੍ਰਦਾਨ ਵਸਤੂਆਂ ਦਾ ਕਰਦੇ ਸਨ। ਸਰਕਾਰ ਵੀ ਲੋਕਾਂ ਤੋਂ ਟੈਕਸ ਲੈਂਦੀ ਸੀ ਤਾਂ ਉਹ ਕਣ ਭਾਵ ਦਾਣੇ ਹੀ ਲੈਂਦੀ ਸੀ। ਇਹ ਹੁਣ ਤੱਕ ਪੰਜਾਬ ਦੇ ਪਿੰਡਾਂ 'ਚ ਰਿਵਾਜ ਰਿਹਾ ਹੈ ਵੀ ਲੋਕਾਂ ਨੇ ਕੋਈ ਸਮਾਨ ਹੱਟੀ ਤੋਂ ਲੈਣਾ, ਦਾਣੇ ਲੈ ਜਾਣੇ, ਹੱਟੀ ਦੇ ਦਾਣੇ ਦਿਓ ਅਤੇ ਉੱਥੋਂ ਦੂਜਾ ਸਮਾਨ ਲੈ ਆਓ। ਪੈਸਾ ਤਾਂ ਬਹੁਤ ਘੱਟ ਹੋਇਆ ਕਰਦਾ ਸੀ। ਫਿਰ ਸਰਕਾਰਾਂ ਨੇ ਸਿਸਟਮ ਬਣਾਏ ਲੋਕਾਂ ਦੇ, ਕਿਉਂਕਿ ਹਰ ਬੰਦੇ ਕੋਲ ਹਰ ਚੀਜ਼ ਨਹੀਂ ਹੁੰਦੀ। ਪੈਸੇ ਦੇ ਨਾਲ ਮੁੱਲ ਪਾਇਆ ਗਿਆ, ਵਸਤੂਆਂ ਦੀ ਕੀਮਤ ਬੰਨ੍ਹੀ ਗਈ ਅਤੇ ਇਹ ਸਿਸਟਮ ਬੜੇ ਪੁਰਾਣਾ ਚੱਲਿਆ ਹੁੰਦਾ ਹੈ। ਸੋ ਧਨ ਜਿਹੜਾ ਹੈ ਉਹ ਮੁਦਰਾ ਦੇ ਰੂਪ ਵਿੱਚ ਵੀ ਹੈ ਅਤੇ ਜਿਣਸ ਦੇ ਰੂਪ ਵਿੱਚ ਵੀ ਹੈ। ਪਸ਼ੂ ਧਨ ਵੀ ਕਹਿੰਦੇ ਹਨ। ਘਰ ਦੇ ਵਿੱਚ ਮਾਲ ਡੰਗਰ ਹੋਣੇ, ਮੱਝਾਂ ਗਾਵਾਂ, ਦੁੱਧ ਦਾ ਖਾਣ ਪੀਣ ਦਾ ਸਿਸਟਮ ਹੋਣਾ, ਇਹ ਵੀ ਪਸ਼ੂ ਧਨ ਵੀ ਬੜਾ ਵਿਸ਼ੇਸ਼ ਹੈ। ਸਾਰਾ ਧਨ ਜਿਹੜਾ ਹੈ ਸੰਸਾਰ ਦਾ, ਉਹਦੇ ਬਾਰੇ ਸਾਹਿਬ ਜੀ ਬਾਣੀ 'ਚ ਕਹਿੰਦੇ ਨੇ, ਇਹ ਧਨ ਕਰਤੇ ਕਾ ਖੇਲ ਹੈ। ਜਿੰਨਾ ਵੀ ਪਸ਼ੂ ਧਨ ਹੈ, ਭਾਵੇਂ ਉਹ ਪੈਸੇ ਰੂਪੀ ਧਨ ਹੈ, ਜ਼ਮੀਨ ਜਾਇਦਾਦ ਰੂਪੀ ਧਨ ਹੈ, ਸੋਨਾ ਚਾਂਦੀ ਰੂਪੀ ਧਨ ਹੈ, ਧਨ ਦਾ ਕੋਈ ਵੀ ਸਰੂਪ ਜੋ ਸੰਸਾਰੀ ਹੈ, ਉਹਦੇ ਬਾਰੇ ਮਹਾਰਾਜ ਕਹਿੰਦੇ ਕਦੇ ਆਵੇ ਕਦੇ ਜਾਏ। ਕਦੇ ਆ ਜਾਂਦਾ ਹੈ, ਬੰਦਾ ਲੱਖਾਂਪਤੀ ਕਰੋੜਾਂਪਤੀ ਬਣ ਜਾਂਦਾ ਹੈ, ਅਤੇ ਕਦੀ ਉਹ ਧਨ ਚਲਾ ਜਾਂਦਾ ਹੈ, ਬੰਦੇ ਕੋਲ ਕੌਡੀ ਵੀ ਨਹੀਂ ਰਹਿੰਦੀ। ਇਸ ਸੰਸਾਰ ਵਿੱਚ ਐਸਾ ਬਹੁਤ ਵਾਰੀ ਹੁੰਦਾ ਹੈ। ਰੀਤੇ ਭਰੇ ਭਰੇ ਸਖਨਾਵੈ, ਖਾਲੀਆਂ ਨੂੰ ਭਰ ਦੇਣਾ, ਭਰਿਆਂ ਨੂੰ ਖਾਲੀ ਕਰ ਦੇਣਾ ਵਾਹਿਗੁਰੂ ਦੀ ਖੇਡ ਹੈ। ਇਹ ਧਨ ਕਰਤੇ ਕਾ ਖੇਲ ਹੈ।
ਕਦੇ ਆਵੈ ਕਦੇ ਜਾਏ। ਗਿਆਨੀਆਂ ਕਾ ਧਨ ਨਾਮ ਹੈ। ਜਿਹੜੇ ਸਮਝਦਾਰ ਤਤਬੇਤੇ ਆਤਮ ਗਿਆਨੀ ਮਹਾਂਪੁਰਸ਼ ਹਨ, ਉਹਨਾਂ ਨੇ ਨਾਮ ਧਨ ਨੂੰ ਆਪਣਾ ਧਨ ਬਣਾਇਆ ਹੈ। ਜਿਹੜਾ ਧਨ ਸਦਾ ਹੀ ਰਹਿ ਸਮਾਏ, ਸਦਾ ਹੀ ਸਮਾਇਆ ਰਹਿੰਦਾ, ਭਾਵ ਕਦੀ ਉਹਦਾ ਅਭਾਵ ਨਹੀਂ ਹੁੰਦਾ, ਕਦੀ ਉਹ ਧਨ ਖਤਮ ਨਹੀਂ ਹੁੰਦਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਪ੍ਰਥਾਏ ਧਨਾਸਰੀ ਰਾਗ ਵਿੱਚ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਹਨ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਬੁਝਾਏ। ਇਹ ਵੀ ਬਚਨ ਆਉਂਦੇ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਤੈ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਫਿਰ ਪਾਤਸ਼ਾਹ ਜੀ ਬਾਣੀ 'ਚ ਇਹ ਵੀ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਕਿ ਤੁਸ ਦਿੱਤਾ ਪੂਰੈ ਸਤਿਗੁਰੂ, ਹਰ ਧਨ ਸੱਚ ਅਖੁੱਟ। ਸਭ ਅੰਦੇਸੇ ਮਿਟ ਗਏ, ਜਮ ਕਾ ਭਉ ਛੁੱਟ। ਕਾਮ ਕ੍ਰੋਧ ਬੁਰਿਆਈਆਂ, ਸੰਗ ਸਾਧੂ ਟੁੱਟ। ਵਿਣ ਸੱਚੇ ਦੂਜਾ ਸੇਵਦੇ, ਹੋਏ ਮਰਸਨ ਬੁੱਟ। ਨਾਨਕ ਕੋ ਗੁਰ ਬਖਸ਼ਿਆ, ਨਾਮੈ ਸੰਗ ਜੁਟ। ਨਾਮ ਦੀ ਸੱਚੇ ਪਾਤਸ਼ਾਹ ਨੇ ਨਾਮ ਧਨ ਦੀ ਮਹਿਮਾ ਗੁਰਬਾਣੀ 'ਚ ਬਹੁਤ ਥਾਵਾਂ 'ਤੇ ਉਜਾਗਰ ਕੀਤੀ ਹੈ। ਇੱਥੇ ਵੀ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਏ ਮਨ ਇਹੋ ਧਨ ਨਾਮ ਹੈ। ਇਹ ਨਾਮ ਧਨ ਹੈ, ਜਿਤ ਸਦਾ ਸਦਾ ਸੁਖ ਹੋਵੇ। ਜਿਸ ਨਾਮ ਧਨ ਨਾਲ ਸਦੀਵ ਕਾਲ ਸਦਾ ਸਦਾ ਸੁੱਖ ਹੀ ਹੁੰਦਾ ਹੈ, ਕਦੀ ਦੁੱਖ ਨਹੀਂ ਹੁੰਦਾ। ਟੋਟਾ ਮੂਲ ਨਾ ਆਵਈ, ਲਾਹਾ ਸਦ ਹੀ ਹੋਏ। ਇਸ ਨਾਮ ਧਨ ਦਾ ਸਦਾ ਵਾਧਾ ਹੀ ਹੁੰਦਾ ਹੈ, ਕਦੀ ਇਹਦੇ ਵਿੱਚ ਘਾਟਾ ਨਹੀਂ ਪਿਆ, ਕਦੀ ਟੋਟਾ ਨਹੀਂ ਆਉਂਦਾ। ਜਿਸ ਨੇ ਵੀ ਨਾਮ ਧਨ ਨਾਲ ਸਾਂਝ ਪਾਈ ਹੈ, ਉਹ ਮਾਲਾ ਮਾਲ ਹੋ ਗਿਆ ਹੈ, ਉਹ ਅਮੀਰ ਹੋ ਗਿਆ ਹੈ, ਉਹ ਸਦਾ ਲਈ ਬਾਦਸ਼ਾਹ ਬਣ ਗਿਆ ਹੈ। ਦੁਨੀਆ ਦੇ ਰਾਜੇ ਮਹਾਰਾਜੇ ਵੀ ਉਹਦੇ ਚਰਨਾਂ 'ਚ ਆ ਕੇ ਮੱਥਾ ਟੇਕਦੇ ਹਨ। ਦੁਨੀਆ ਦੀ ਸਾਰੀਆਂ ਤਾਕਤਾਂ ਨਾਮ ਧਨ ਵਾਲੇ ਧਨੀ ਦੇ ਚਰਨਾਂ ਵਿੱਚ ਝੁਕ ਜਾਂਦੀਆਂ ਹਨ। ਸੰਸਾਰੀ ਤੌਰ 'ਤੇ ਪੈਸੇ ਵਾਲੇ ਦਾ ਸਤਿਕਾਰ ਹੁੰਦਾ ਹੈ। ਨਿਰਧਨ ਆਦਰ ਕੋਇ ਨਾ ਦੇ, ਲਾਖ ਯਤਨ ਕਰੈ ਉਹ ਚਿਤ ਨਾ ਧਰੇ। ਗਰੀਬ ਆਦਮੀ ਨੂੰ ਕੋਈ ਮਾਣ ਸਨਮਾਨ ਨਹੀਂ ਦਿੰਦਾ। ਜੇ ਗਰੀਬ ਆਦਮੀ ਯਤਨ ਵੀ ਕਰੇ ਤਾਂ ਪੈਸੇ ਵਾਲੇ ਸਤਿਕਾਰ ਨਹੀਂ ਕਰਦੇ। ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਕਹਿੰਦੇ ਪੈਸੇ ਵਾਲਾ ਗਰੀਬ ਦੇ ਘਰ ਜਾਵੇ, ਗਰੀਬ ਆਓ ਜੀ ਬੈਠੋ ਜੀ, ਸਤਿਕਾਰ ਨਾਲ ਮੰਜਾ ਡਾਹ ਕੇ ਜਿੰਨਾ ਕੁ ਹੁੰਦਾ ਆਪਣੇ ਬਿੱਤ ਅਨੁਸਾਰ ਵੱਧ ਚੜ੍ਹ ਕੇ ਸਤਿਕਾਰ ਕਰਦਾ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਰਾਏ। ਗਰੀਬ ਆਦਮੀ ਅਮੀਰ ਦੇ ਘਰ ਜਾਵੇ, ਉਹ ਅੱਗੋਂ ਦਰਵਾਜ਼ਾ ਹੀ ਨਹੀਂ ਖੋਲ੍ਹਦਾ, ਉਹ ਮੂੰਹ ਪਰੇ ਕਰ ਲੈਂਦਾ ਹੈ, ਉਸ ਗਰੀਬ ਦਾ ਸਤਿਕਾਰ ਨਹੀਂ ਕਰਦਾ। ਇਹ ਸੰਸਾਰ ਦਾ ਵਰਤਾਰਾ ਹੈ। ਪਰ ਇਸ ਸ਼ਬਦ ਵਿੱਚ ਮਹਾਰਾਜ ਅੱਗੇ ਚੱਲ ਕੇ ਫਰਮਾਉਂਦੇ ਨੇ, ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਨਿਰਧਨ ਉਹ ਹੈ ਜਿਹਦੇ ਹਿਰਦੇ 'ਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਵਸਿਆ। ਉਹਨੂੰ ਭਾਵ ਪਰਮੇਸ਼ਰ ਦੇ ਦਰਬਾਰ ਵਿੱਚ ਸਤਿਕਾਰ ਨਹੀਂ ਮਿਲਣਾ। ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦਾ ਨਾਮ ਹੈ, ਉਹਨਾਂ ਨੂੰ ਵਾਹਿਗੁਰੂ ਦੇ ਦਰ ਤੋਂ ਸੋਭਾ ਮਿਲਣੀ ਹੈ, ਸਤਿਕਾਰ ਮਿਲਣਾ ਹੈ। ਖਾਧੈ ਖਰਚਿਆ ਟੋਟ ਨਾ ਆਵਈ, ਸਦਾ ਸਦਾ ਉਹਦੇ। ਜਿੰਨਾ ਮਾਇਆ ਦਾ ਧਨ ਹੈ, ਖਰਚ ਕਰਨ ਨਾਲ ਘਟ ਜਾਂਦਾ ਹੈ, ਪਰ ਇਹ ਨਾਮ ਧਨ ਜਿੰਨਾ ਖਾਈਏ ਖਰਚੀਏ, ਇਹ ਵੱਧਦਾ ਜਾਂਦਾ ਹੈ। ਟੋਟ ਨਾ ਆਵੈ ਵੱਧੋ ਜਾਈ, ਇਹਦਾ ਘਾਟਾ ਨਹੀਂ ਪੈਂਦਾ। ਜਿੰਨਾ ਨਾਮ ਜਪੋਗੇ ਇਹ ਵਧੇਗਾ, ਜਿੰਨਾ ਜਪਾਓਗੇ ਇਹ ਵਧੇਗਾ। ਇਸ ਕਰਕੇ ਜਿਹੜੇ ਦੁਨਿਆਵੀ ਧਨ ਆਪਾਂ ਖਰਚਦੇ ਹਾਂ ਅਤੇ ਉਹ ਘਟ ਜਾਂਦੇ ਨੇ, ਪਰ ਇਹ ਧਨ ਖਰਚਣ ਨਾਲ ਵੱਧਦਾ ਹੈ।
ਵਾਹਿਗੁਰੂ ਸਦਾ ਸਦਾ ਹੋਰ ਗੱਫੇ ਖੁੱਲ੍ਹੇ ਬਖਸ਼ੀ ਜਾਂਦਾ ਹੈ ਅਤੇ ਸਦਾ ਸਦਾ ਆਪਣੇ ਸੇਵਕਾਂ ਦੇ ਭੰਡਾਰੇ ਭਰ ਕੇ ਰੱਖਦਾ ਹੈ। ਬਲਕਿ ਜਿਉਂ-ਜਿਉਂ ਨਾਮ ਜਪੀ ਜਾਈਦਾ ਹੈ ਉਦੋਂ ਹੋਰ ਜਪਣ ਨੂੰ ਜੀ ਕਰਦਾ ਹੈ। ਧਨਵੰਤਾ ਇਹ ਵੀ ਕਹੈ ਅਵਰੀ ਧਨ ਕੋ ਜਾਉ। ਜਿਵੇਂ ਕੋਈ ਅਮੀਰ ਆਦਮੀ ਅੱਜ ਲੱਖਪਤੀ ਬਣ ਗਿਆ, ਕਹਿੰਦਾ ਹੁਣ 2 ਲੱਖ ਹੋ ਜਾਣ ਨਾ, ਫਿਰ ਕਹਿੰਦਾ ਕਰੋੜ ਹੋ ਗਿਆ ਹੁਣ 2 ਕਰੋੜ ਹੋ ਜਾਣ। ਧਨਵੰਤਾ ਇਹ ਵੀ ਕਹੈ ਅਵਰੀ ਧਨ ਕੋ ਜਾਉ। ਅਤੇ ਇਸੇ ਤਰ੍ਹਾਂ ਨਾਮ ਜਪਣ ਵਾਲਾ ਜਦੋਂ ਨਾਮ ਜਪਦਾ ਹੈ ਉਹਨੂੰ ਹੋਰ ਲਾਹਾ ਪ੍ਰਾਪਤ ਹੁੰਦਾ ਹੈ, ਹੋਰ ਹੁੰਦਾ ਹੈ, ਉਹ ਵੱਧਦਾ ਹੀ ਜਾਂਦਾ ਹੈ। ਵਾਹਿਗੁਰੂ ਸਦਾ ਸਦਾ ਆਪਣੀਆਂ ਮਿਹਰਾਂ ਦਾ ਮੀਂਹ ਵਰਸਾਉਂਦਾ ਹੈ, ਹੋਰ ਖਜ਼ਾਨੇ ਬਖਸ਼ ਦਿੰਦਾ ਹੈ। ਸਹਿਸਾ ਮੂਲ ਨਾ ਹੋਵਈ। ਇਸ ਨਾਮ ਧਨ ਵਿੱਚ ਸ਼ੰਕਾ ਵੀ ਕੋਈ ਨਹੀਂ ਹੈ। ਜਿਹੜਾ ਦੁਨਿਆਵੀ ਧਨ ਹੈ ਉਹਦੇ ਵਿੱਚ ਹਰ ਵੇਲੇ ਸੰਸਾ ਸ਼ੰਕਾ ਰਹਿੰਦਾ ਹੈ। ਜਿੰਨਾ ਅਮੀਰ ਆਦਮੀ ਚਿੰਤਾ 'ਚ ਰਹਿੰਦੇ ਹਨ, ਗਰੀਬ ਸ਼ਾਇਦ ਨਾ ਰਹਿੰਦੇ ਹੋਣ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਜਿਹਦੇ ਘਰ ਬਹੁਤੀ ਮਾਇਆ ਹੈ ਨਾ, ਉਹਦੇ ਘਰ ਇਹ ਚਿੰਤਾ ਹੈ ਵੀ ਇਹ ਪੈਸਾ ਮੈਂ ਸਾਂਭ ਕੇ ਕਿੱਥੇ ਰੱਖਣਾ ਹੈ, ਇਹਨੂੰ ਮੈਂ ਲਾਉਣਾ ਕਿੱਥੇ ਹੈ, ਇਹਦਾ ਕਰਨਾ ਕੀ ਹੈ, ਇਹ ਮੇਰੇ ਮਰਨ ਤੋਂ ਬਾਅਦ ਕੌਣ ਮਾਲਕ ਬਣੇਗਾ। ਇਸ ਤਰ੍ਹਾਂ ਮਾਇਆ ਧਾਰੀਆਂ ਨੂੰ ਬਹੁਤ ਚਿੰਤਾ ਰਹਿੰਦੀ ਹੈ। ਸਰਕਾਰ ਤੋਂ ਵੀ ਬਚਾਉਣਾ, ਟੈਕਸ ਤੋਂ ਵੀ, ਚੋਰਾਂ ਤੋਂ ਵੀ ਲੁਕਾਉਣਾ, ਅੱਗ ਤੋਂ ਵੀ ਬਚਾਉਣਾ, ਨੁਕਸਾਨ ਨਾ ਹੋ ਜਾਵੇ, ਕਿਤੇ ਮੇਰਾ ਧਨ ਐਵੇਂ ਨਾ ਚਲਾ ਜਾਵੇ, ਕੋਈ ਮੇਰਾ ਧਨ ਖੋਹ ਨਾ ਲਵੇ, ਚੋਰ ਡਾਕੂ ਕੋਈ ਨਾ ਕੋਈ ਖਤਰਾ ਬਣਿਆ ਰਹਿੰਦਾ ਹੈ। ਪਰ ਨਾਮ ਧਨ ਵਾਲਿਆਂ ਨੂੰ ਕੀ ਖਤਰਾ ਹੈ? ਕਹਿੰਦੇ ਸਹਿਸਾ ਮੂਲ ਨਾ ਹੋਵਈ। ਨਾਮ ਜਿਉਂ-ਜਿਉਂ ਜਪੀ ਜਾਂਦੇ ਹੈ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਮੁੜ ਕੇ ਸਹਿਸਾ ਕਦੀ ਨਹੀਂ ਹੁੰਦਾ। ਹਾਣਤ ਕਦੇ ਨਾ ਹੋਏ। ਨਾਮ ਧਨ ਨੂੰ ਕਦੀ ਹਾਣਤ ਘਾਟਾ ਨਹੀਂ ਪੈਂਦਾ, ਭਾਵ ਨਾਮ ਧਨ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹਾਨੀ ਨਹੀਂ ਪਹੁੰਚਾ ਸਕਦਾ। ਨਾਨਕ ਗੁਰਮੁਖ ਪਾਈਐ ਜਾ ਕਉ ਨਦਰ ਕਰੇ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ, ਇਹ ਨਾਮ ਧਨ ਦੀ ਪ੍ਰਾਪਤੀ ਸਤਿਗੁਰੂ ਸਾਹਿਬ ਜੀ ਦੇ ਮੁਖ ਤੋਂ ਪ੍ਰਾਪਤ ਹੁੰਦੀ ਹੈ। ਗੁਰਮੁਖ ਬਣ ਕੇ ਜੋ ਸਤਿਗੁਰੂ ਮਹਾਰਾਜ ਪਰਮੇਸ਼ਰ ਸਰੂਪ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੇ ਅਵਤਾਰ ਹਨ, ਜਿਨ੍ਹਾਂ 'ਤੇ ਕਿਰਪਾ ਕਰ ਦਿੰਦੇ ਨੇ, ਜਾ ਕਉ ਨਦਰ ਕਰੇ, ਉਹਨਾਂ ਨੂੰ ਇਸ ਨਾਮ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ। ਪੌੜੀ, ਇਹ ਪੌੜੀ ਮਹਾਰਾਜ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਪੇ ਸਭ ਘਾਟੇ ਅੰਦਰੇ, ਆਪੇ ਹੀ ਬਾਹਰ। ਮਹਾਰਾਜ ਅਕਾਲ ਪੁਰਖ ਪਰਮੇਸ਼ਰ ਆਪ ਹੀ ਸਾਰਿਆਂ ਘਟਾਂ ਦੇ ਅੰਦਰ ਆਤਮਾ ਬਣ ਕੇ ਵਿਰਾਜਮਾਨ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜਿਵੇਂ ਘੜੇ ਦੇ ਅੰਦਰ ਵੀ ਆਕਾਸ਼ ਹੈ ਅਤੇ ਘੜੇ ਦੇ ਬਾਹਰ ਵੀ ਆਕਾਸ਼ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਸਾਡੇ ਅੰਦਰ ਵੀ ਆਤਮ ਤੱਤ ਹੈ ਅਤੇ ਬਾਹਰ ਵੀ ਉਹੀ ਪਸਰਿਆ ਹੋਇਆ ਹੈ। ਇਹ ਸਭ ਤੋਂ ਬਰੀਕ ਖੇਡ ਹੈ ਜਿਹੜੀ ਗੁਰੂ ਕਿਰਪਾ ਨਾਲ ਸਮਝੀ ਜਾ ਸਕਦੀ ਹੈ। ਇਹਨੂੰ ਸਮਝਣ ਵਾਸਤੇ ਹੀ ਸਾਰੀ ਸਾਧਨਾ, ਸਾਰੀ ਭਗਤੀ, ਸਾਰਾ ਜਪ ਤਪ ਕਰਿਆ ਜਾਂਦਾ ਹੈ ਕਿ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਭਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਡ ਦਾ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਆਪੇ ਸਭ ਘਾਟੇ ਅੰਦਰੇ, ਆਪ ਸਾਰੇ ਸਰੀਰਾਂ ਦੇ ਅੰਦਰ ਵਿਆਪਕ ਹੈ। ਕੀੜੀ ਦੇ ਸਰੀਰ ਵਿੱਚ ਵੀ, ਹਾਥੀ ਦੇ ਸਰੀਰ ਵਿੱਚ ਵੀ, ਮੱਛਰ ਦੇ ਸਰੀਰ ਵਿੱਚ ਵੀ, ਗਰੜ ਦੇ ਸਰੀਰ ਵਿੱਚ ਵੀ, ਔਰ ਉਹਨਾਂ ਤੋਂ ਬਾਹਰ ਜੋ ਕੁਛ ਹੈ ਉਹ ਵੀ ਅਕਾਲ ਪੁਰਖ ਆਪ ਹੀ ਹੈ। ਆਪੇ ਗੁਪਤ ਵਰਤਦਾ, ਆਪੇ ਹੀ ਜ਼ਾਹਰ।
ਆਪੇ ਅਕਾਲ ਪੁਰਖ ਅਗਿਆਨੀ ਜੀਵਾਂ ਲਈ ਗੁਪਤ ਵਰਤਦਾ ਹੈ। ਅਗਿਆਨੀ ਜੀਵ ਵੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਹਨ। ਜੇ ਸਾਰੇ ਗਿਆਨੀ ਹੋ ਜਾਣ, ਇਹ ਸੰਸਾਰ ਦੀ ਜਿਹੜੀ ਇਹ ਪ੍ਰਕਿਰਤੀ ਹੈ, ਸੰਸਾਰ ਦਾ ਜਿਹੜਾ ਕਾਰੋਬਾਰ ਹੈ, ਜਿਹੜਾ ਵਿਹਾਰ ਹੈ, ਇਹ ਸਭ ਠੱਪ ਹੋ ਜਾਏਗਾ। ਕਿਉਂਕਿ ਬ੍ਰਹਮ ਗਿਆਨੀ ਨੂੰ ਸੰਸਾਰ ਦਿਸਦਾ ਨਹੀਂ, ਭਰਮ ਗਿਆਨੀ ਨੂੰ ਹੀ ਦਿਸਦਾ ਹੈ। ਭਰਮ ਅਤੇ ਬ੍ਰਹਮ 'ਚ ਇਹ ਫਰਕ ਹੈ। ਜਿਵੇਂ ਰੱਸੀ 'ਚ ਸੱਪ ਦਿਸਣਾ ਇਹ ਭਰਮ ਹੈ, ਰੱਸੀ ਕਲੀਅਰ ਦਿਸਣੀ ਇਹ ਬ੍ਰਹਮ ਹੈ। ਆਖੋ ਸ੍ਰੀ ਵਾਹਿਗੁਰੂ। ਸੰਸਾਰੀਆਂ ਨੂੰ ਸੰਸਾਰਗ੍ਰਸਤ ਬਣਾਇਆ ਹੈ। ਹਰ ਵੇਲੇ ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਇੱਦਾਂ ਸੋਚਦੇ ਰਹਿੰਦੇ ਸੰਸਾਰੀ ਜੀਵ। ਇਹ ਵੀ ਵਾਹਿਗੁਰੂ ਦੀ ਆਪਣੀ ਖੇਡ ਹੈ। ਇਹਦੇ ਇਹਨਾਂ ਵਿੱਚ ਵੀ ਆਪ ਗੁਪਤ ਵਰਤਦਾ ਹੈ। ਸੋ ਕਰਤਾ ਚਿੰਤਾ ਕਰੇ, ਆਪ ਹੀ ਕਰ ਰਿਹਾ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਆਪੇ ਗੁਪਤ ਵਰਤਦਾ ਹੈ। ਅਸੀਂ ਪ੍ਰਸ਼ਾਦਾ ਛਕਦੇ ਹਾਂ, ਪ੍ਰਸ਼ਾਦਾ ਛਕ ਕੇ ਜਿਹੜੀ ਵੀ ਬੁਰਕੀ ਸਾਡੇ ਗਲੇ ਤੋਂ ਥੱਲੇ ਲੰਘ ਜਾਂਦੀ, ਸਾਨੂੰ ਨਹੀਂ ਪਤਾ ਉਹਦੇ ਨਾਲ ਕੀ ਬਣਦਾ। ਓਨਾ ਚਿਰ ਪਤਾ ਜਿੰਨਾ ਚਿਰ ਮੂੰਹ ਦੇ ਦੰਦਾਂ ਦੇ ਥੱਲੇ ਚੱਬ ਰਹੇ ਹਾਂ। ਜਦੋਂ ਥੱਲੇ ਚਲੀ ਗਈ, ਉਹਨੂੰ ਕਿਸ ਤਰ੍ਹਾਂ ਵਾਹਿਗੁਰੂ ਗਾਲਦਾ ਹੈ, ਕਿਸ ਤਰ੍ਹਾਂ ਉਹਨੂੰ ਸਾਡੇ ਸਰੀਰ ਦੇ ਅੰਦਰ ਰਸ ਬਣਾਉਂਦਾ ਹੈ, ਮਲ ਬਣਾਉਂਦਾ ਹੈ, ਕਿੱਦਾਂ ਉਹਦਾ ਵਿਭਾਜਨ ਕਰਦਾ ਹੈ, ਗੁਪਤ ਰੂਪ ਵਿੱਚ ਸਾਡੇ ਸਰੀਰ ਦੇ ਅੰਦਰ ਕਰਦਾ ਹੈ। ਔਰ ਸਾਡੀ ਸੁਰਤ ਤੋਂ, ਸਾਡੀ ਸਮਝ ਤੋਂ, ਸਾਡੀ ਸੋਝੀ ਤੋਂ ਗੁਪਤ ਰਹਿ ਕੇ ਆਪ ਵਰਤ ਰਿਹਾ ਹੈ। ਆਪੇ ਹੀ ਜਾਹਰ, ਬ੍ਰਹਮ ਗਿਆਨੀ ਲਈ ਜਾਹਰ ਵਰਤ ਰਿਹਾ ਹੈ। ਬ੍ਰਹਮ ਗਿਆਨੀ ਦੇ ਸਾਹਮਣੇ ਵਾਹਿਗੁਰੂ ਪਰਮੇਸ਼ਰ ਖੇਡ ਰਿਹਾ ਹੈ। ਉਹਦੇ ਰੰਗ ਦੇਖਦੇ ਹਨ, ਹਰ ਵੇਲੇ ਉਹਦੇ ਦਰਸ਼ਨ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਹਰ ਵੇਲੇ ਦਿਸਦਾ ਹੈ। ਕਤਹੁ ਸੁਚੇਤ ਹੋਇ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਇ ਕੈ ਸੋਵਤ ਅਚੇਤ ਹੋ, ਕਤਹੁ ਭਿਖਾਰੀ ਹੋਇ ਕੈ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਇ ਕੇ ਮੰਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦਰੀਤ, ਕਹੂੰ ਤਾਸਿਮ ਵਿਪਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸੁਰਗੁਣ ਸਮੇਤ ਹੋ। ਬ੍ਰਹਮ ਗਿਆਨੀ ਨੂੰ ਹਰ ਵੇਲੇ ਸੁੱਤਿਆਂ, ਜਾਗਦਿਆਂ, ਤੁਰਦਿਆਂ, ਫਿਰਦਿਆਂ, ਖਾਂਦਿਆਂ, ਪੀਂਦਿਆਂ, ਹਰ ਅਵਸਥਾ ਵਿੱਚ ਜਿਹੜੀ ਸੰਸਾਰੀ ਅਵਸਥਾ ਹੈ ਤ੍ਰੈਗੁਣੀ ਹੈ। ਸਤੋ ਰਜੋ ਤਮੋ ਦੀ ਹੈ, ਜਾਗਰਤ ਸੁਪਨ ਸੁਖੋਪਤੀ, ਤੀਨ ਵਿਆਪੈ ਜਗਤ ਕੋ। ਸੰਸਾਰ ਨੂੰ ਤਿੰਨੇ ਅਵਸਥਾ ਵਿਆਪਦੀਆਂ ਹਨ। ਤੁਰੀਆ ਪਾਵੈ ਕੋਏ, ਤੁਰੀਆ ਅਵਸਥਾ ਬ੍ਰਹਮ ਗਿਆਨੀ ਦੀ ਹੈ। ਉਹਦੇ ਵਿੱਚ ਸਭ ਘਟਾਂ ਵਿੱਚ ਵਾਹਿਗੁਰੂ ਜਾਹਰ ਹਰ ਵੇਲੇ। ਇਹ ਨਹੀਂ ਵੀ ਕਿਤੇ ਵੀ ਭੁਲੇਖਾ ਪੈਂਦਾ ਹੋਵੇ, ਨਹੀਂ, ਹਰ ਵੇਲੇ ਜਾਹਰ ਵਰਤਦਾ ਹੈ। ਜੁਗ ਛੱਤੀ ਗੁਬਾਰ ਕਰ, ਵਰਤਿਆ ਸੁਨਾਹਰ। 36 ਯੁੱਗ ਜਿਹੜਾ ਗੁਬਾਰ ਕੀਤਾ ਹੈ ਵਾਹਿਗੁਰੂ ਨੇ, ਉਹ ਵੀ ਆਪ ਉੱਥੇ ਸੁੰਨ ਅਵਸਥਾ 'ਚ ਵਰਤਿਆ ਹੈ। ਐਸਾ ਮਹਾਰਾਜ ਦੀ ਬਾਣੀ 'ਚ ਬਾਰ-ਬਾਰ ਆਉਂਦਾ। ਬ੍ਰਹਮੇ ਨੂੰ ਜਦੋਂ ਵਾਹਿਗੁਰੂ ਨੇ, ਪਰਮੇਸ਼ਰ ਨੇ ਪੈਦਾ ਕੀਤਾ ਨਾਭੀ ਕਮਲ ਦੇ ਵਿੱਚੋਂ, ਨਾਭ ਕਮਲ 'ਤੇ ਬ੍ਰਹਮਾ ਉਪਜੇ। ਜਦੋਂ ਬ੍ਰਹਮਾ ਭਗਵਾਨ ਦੀ ਨਾਭੀ 'ਚੋਂ ਕਮਲ ਪੈਦਾ ਹੋਇਆ, ਕਮਲ 'ਚੋਂ ਬ੍ਰਹਮਾ ਪੈਦਾ। ਇਸ ਕਰਕੇ ਬ੍ਰਹਮਾ ਦਾ ਇੱਕ ਨਾਮ ਕਮਲਜ ਵੀ ਹੈ। ਜੋ ਕਮਲ ਤੋਂ ਜੰਮਿਆ ਹੋਵੇ ਉਸਨੂੰ ਕਮਲਜ ਕਹਿੰਦੇ ਹਨ। ਸੋ ਕਮਲਜ ਬ੍ਰਹਮਾ ਜਦੋਂ ਪੈਦਾ ਹੋਇਆ, ਉਹਨੂੰ ਸੰਸਾ ਹੋਇਆ ਵੀ ਮੈਂ ਕਿੱਥੋਂ ਪੈਦਾ ਹੋਇਆ। ਆਪਣੀ ਪੈਦਾਇਸ਼ ਨੂੰ, ਆਪਣੇ ਮੂਲ ਨੂੰ ਖੋਜਣ ਦਾ ਫੁਰਨਾ ਉੱਠਿਆ। ਇੱਧਰ ਉੱਧਰ ਦੇਖਿਆ ਅਤੇ ਫਿਰ ਉਹਨੂੰ ਆਕਾਸ਼ਬਾਣੀ ਹੋਈ ਵੀ ਤੂੰ ਇਸ ਕਮਲ ਵਿੱਚੋਂ ਪੈਦਾ ਹੋਇਆ ਹੈ। ਮੈਂ ਐਡਾ ਵੱਡਾ, ਇਹ ਕਮਲ ਛੋਟਾ ਜਿਹਾ, ਮੈਂ ਇਹਦੇ ਵਿੱਚੋਂ ਕਿਵੇਂ ਪੈਦਾ ਹੋ ਸਕਦਾ, ਇਹ ਮੈਨੂੰ ਕਿਵੇਂ ਪੈਦਾ ਕਰ ਸਕਦਾ। ਕਮਲ ਨੂੰ ਲੱਤ ਮਾਰੀ ਬੜੇ ਜ਼ੋਰ ਨਾਲ। ਜਦੋਂ ਕਮਲ ਨੂੰ ਲੱਤ ਮਾਰੀ, ਉਸ ਕਮਲ ਦੇ 'ਚ ਡਿੱਗਾ, ਉਹਦੀ ਨਾਲ 'ਚ ਧੱਸਣ ਲੱਗ ਪਿਆ। ਰੁਚੀ ਬਣ ਗਈ ਵੀ ਇਹ ਕਮਲ ਦਾ ਪਤਾ ਕਰਕੇ ਆਈਏ ਵੀ ਇਹ ਨਾੜ ਕਿੱਥੋਂ ਤੱਕ ਜਾਂਦੀ ਹੈ। ਕਹਿੰਦੇ ਵਿੱਚ ਵੜੀ ਗਿਆ, ਜਿਉਂ-ਜਿਉਂ ਵਿੱਚ ਗਿਆ ਕਮਲ ਦੇ,
ਅੱਗੇ ਦੀ ਅੱਗੇ, ਅੱਗੇ ਦੀ ਅੱਗੇ, ਅੱਗੇ ਦੀ ਅੱਗੇ ਤੁਰੀ ਗਿਆ। 18 ਯੁੱਗ ਹੋ ਗਏ। 18 ਯੁੱਗਾਂ ਦੇ ਬਾਅਦ ਉਹਦੀ ਜੜ ਨਹੀਂ ਲੱਭ ਸਕਿਆ, ਕਿਉਂਕਿ ਉਹਦੀ ਜੜ ਹੈ ਹੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਉਸ ਕਮਲ ਦਾ ਮੂਲ ਪਤਾ ਹੀ ਨਹੀਂ, ਹੈ ਹੀ ਨਹੀਂ। ਤੇ ਕਹਿੰਦੇ ਜਦੋਂ ਉਹਦੀ ਨਾੜ ਨਾਲ ਅਖੀਰ 'ਚ ਨਾ ਪਹੁੰਚ ਸਕਿਆ, ਫਿਰ ਉਹਨੇ ਸੋਚਿਆ ਵੀ ਵਾਪਸ ਚੱਲੀਏ, ਇਹਦਾ ਤਾਂ ਅੰਤ ਪੈਣਾ ਹੀ ਕੋਈ ਨਹੀਂ, ਇਹਦਾ ਬੇਅੰਤ ਹੈ। ਅੰਤ ਨਾ ਸਿਫਤੀ, ਕਹਿਣ ਦਾ ਅੰਤ, ਅੰਤ ਨਾ ਕਰਨਾ, ਦੇਣ ਦਾ ਅੰਤ। ਮਹਾਰਾਜ ਬਾਣੀ 'ਚ ਬਚਨ ਕਹਿੰਦੇ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਬ੍ਰਹਮਾ ਸ੍ਰਿਸ਼ਟੀ ਦਾ ਮੂਲ ਭਾਲਣ ਗਿਆ ਸੀ, ਵਿਚਾਰਾ ਵਾਪਸ ਮੁੜਿਆ। ਜਦੋਂ ਵਾਪਸ ਮੁੜਿਆ, ਹੁਣ ਜਿੰਨਾ ਟਾਈਮ ਕਿਤੇ ਜਾਣ 'ਤੇ ਲੱਗਦਾ, ਉਹਨਾਂ ਆਉਣ 'ਤੇ ਵੀ ਲੱਗਦਾ। ਜੇ ਆਪਾਂ ਨੂੰ ਕਿਸੇ ਜਗ੍ਹਾ ਜਾਣ ਲੱਗਿਆਂ ਘੰਟਾ ਲੱਗਦਾ, ਤਾਂ ਆਉਂਦਿਆਂ ਵੀ ਤਾਂ ਘੰਟਾ ਲੱਗੇਗਾ। ਜੇ ਕਿਤੇ ਜਾਂਦਿਆਂ 24 ਘੰਟੇ ਲੱਗਦੇ ਆ, ਅਤੇ ਆਉਂਦਿਆਂ ਵੀ 24 ਘੰਟੇ ਲੱਗਣਗੇ। ਹੁਣ 18 ਯੁੱਗ ਜਾਂਦਿਆਂ ਲੱਗੇ ਸੀ, ਅਤੇ ਉਹ ਵੀ ਉਹਦਾ ਅੰਤ ਨਹੀਂ ਸੀ ਮਿਲਿਆ। ਬਿਨਾਂ ਅੰਤ ਪਾਇਆ ਵਾਪਸ ਮੁੜਿਆ ਸੀ। ਅਤੇ ਜਦੋਂ ਬਾਹਰ ਆਇਆ, 18 ਯੁੱਗ ਆਉਂਦਿਆਂ ਵੀ ਲੱਗ ਗਏ। 18 ਅਤੇ 18 36 ਯੁੱਗ ਹੋ ਗਏ। ਉਨਾ ਚਿਰ ਜਿਹੜਾ ਸ੍ਰਿਸ਼ਟੀ ਦੀ ਸਿਰਜਣਾ ਦਾ ਕਾਰਜ ਸੀ ਨਾ, ਉਹ ਅਫੁਰ ਅਵਸਥਾ ਵਿੱਚ ਰਿਹਾ, ਸੁੰਨ ਰਿਹਾ। ਉਸ ਵੇਲੇ ਕੁਛ ਵੀ ਬਣਿਆ ਨਹੀਂ ਸੀ। ਮਹਾਰਾਜ ਕਹਿੰਦੇ ਯੁੱਗ 36 ਕੀਓ ਗੁਬਾਰਾ। 36 ਯੁੱਗ ਅੰਧ ਅਤੇ ਗੁਬਾਰ ਰਿਹਾ। ਜਿਵੇਂ ਭਾਈ ਗੁਰਦਾਸ ਜੀ ਵੀ ਲਿਖਦੇ ਆਪਣੀਆਂ ਵਾਰਾਂ ਵਿੱਚ, ਕਹਿੰਦੇ ਉੱਥੇ ਵੇਦ ਨਾ ਸ਼ਾਸਤਰ, ਉੱਥੇ ਨਾ ਵੇਦ ਸੀ, ਨਾ ਸ਼ਾਸਤਰ ਸੀ, ਨਾ ਉੱਥੇ ਕੋਈ ਸੂਰਜ ਸੀ, ਨਾ ਚੰਦ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ। ਇਹੋ ਜਿਹੀ ਅਵਸਥਾ ਸੀ। ਕਹਿੰਦੇ ਆਪੇ ਵਾਹਿਗੁਰੂ ਪਰਮੇਸ਼ਰ ਆਪਣੇ ਆਪ 'ਚ ਸੁੰਨ ਅਵਸਥਾ 'ਚ ਵਰਤ ਰਿਹਾ ਸੀ। ਯੁੱਗ 36 ਗੁਬਾਰ ਕਰ ਵਰਤਿਆ ਸੁੰਨਾ ਹਰ। ਸੁੰਨ ਅਫੁਰ ਅਵਸਥਾ, ਜਿੱਥੇ ਕੋਈ ਫੁਰਨਾ ਉੱਠ ਹੀ ਨਹੀਂ ਸਕਦਾ, ਐਸੀ ਅਵਸਥਾ ਸੀ ਸੰਸਾਰ ਵਿੱਚ। ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਨਦੀ ਨਾ ਨੀਰ ਵਹਾਏਂਦਾ। ਉੱਥੇ ਵੇਦ ਪੁਰਾਣ ਨਾ ਸਾਸਦਾ, ਆਪੇ ਹਰ ਨਰ ਹਰ। ਉੱਥੇ 4 ਵੇਦ ਵੀ ਨਹੀਂ ਸੀ, ਉੱਥੇ 18 ਪੁਰਾਣ ਵੀ ਨਹੀਂ ਸੀ, ਉੱਥੇ 6 ਸ਼ਾਸਤਰ ਵੀ ਨਹੀਂ ਸੀ। ਉਹ ਨਰਹਰੀ, ਉਹ ਨਰਾਂ ਦਾ ਰਾਜਾ ਨਰਹਰ, ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਬਿਰਾਜਮਾਨ ਸੀ। ਬੈਠਾ ਤਾੜੀ ਲਾਏ ਆਪ, ਆਪਣੀ ਅਵਸਥਾ 'ਚ ਸਮਾਧੀ ਲਾ ਕੇ, ਤਾੜੀ ਲਾ ਕੇ ਬੈਠਾ ਸੀ। ਸਭ ਤੋਂ ਹੀ ਬਾਹਰ, ਸਾਰਿਆਂ ਤੋਂ ਬਾਹਰ ਸੀ। ਤਮੋ ਰਜੋ ਸਤੋ ਤੋਂ ਪਰੇ ਸੀ। ਉੱਥੇ ਨਾ ਤਾਂ ਸਤੋ ਦਾ ਪ੍ਰਭਾਵ ਸੀ, ਨਾ ਤਮੋ ਦਾ, ਨਾ ਰਜੋ ਦਾ। ਸਾਰਿਆਂ ਤੋਂ ਪਰੇ ਸੀ। ਆਪਣੀ ਮਿਤ ਆਪ ਜਾਣਦਾ, ਆਪਣੀ ਮਿਤ ਮਰਜ਼ਾਦਾ ਨੂੰ ਆਪ ਹੀ ਜਾਣਦਾ ਸੀ। ਆਪੇ ਹੀ ਗੌਹਰ, ਵਾਹਿਗੁਰੂ ਆਪ ਹੀ ਗੁੱਝਾ। ਗੌਹਰ ਦੇ ਅਰਥ ਹੁੰਦੇ ਨੇ ਕੋਈ ਹੀਰਾ, ਕੋਈ ਰਤਨ, ਕੋਈ ਜਵਾਹਰ, ਜਿਹੜਾ ਕੋਈ ਮੁੱਲ ਹੀ ਨਾ ਹੋਵੇ। ਉਹ ਮੂਲ ਤੱਤ ਪਰਮ ਪਰਮਾਤਮਾ ਆਪ ਹੀ ਬਿਰਾਜਮਾਨ ਸੀ। ਸੋ ਸਾਧ ਸੰਗਤ ਜੀ, ਗੁੱਝਾ ਗੈਰ ਗੰਭੀਰ ਉਹ ਵਾਹਿਗੁਰੂ ਆਪੇ ਸਭ ਕੁਛ ਕਰ ਰਿਹਾ ਹੈ। ਇਹ ਬੜੀ ਡੂੰਘੀ ਅਵਸਥਾ ਸਤਿਗੁਰੂ ਚੌਥੇ ਪਾਤਸ਼ਾਹ ਜੀ ਨੇ ਬਿਆਨ ਕੀਤੀ ਹੈ। ਗੁਰੂ ਕਿਰਪਾ ਤੋਂ ਬਿਨਾਂ ਇਸ ਦੀ ਅਨੁਭੂਤੀ ਨਹੀਂ ਹੋ ਸਕਦੀ। ਸਾਧ ਸੰਗਤ ਮਹਾਰਾਜ ਕਿਰਪਾ ਕਰਨ, ਸਾਡਾ ਇਹ ਜੀਵਨ ਇਸ ਲੇਖੇ ਲੱਗੇ, ਇਸ ਤੱਤ ਦੀ ਸਮਝ ਸੋਝੀ ਆਵੇ, ਮੁਕਤੀ ਦੀ ਪ੍ਰਾਪਤੀ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ, ਹਰ ਨਾਲ ਰੋ ਤੂੰ ਮਨ ਮੇਰੇ। ਦੁਖ ਸਭ ਅੰਗੀਕਾਰੋ ਕਰੇ ਤੇਰਾ ਕਾਜ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।
ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰਮ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਚੰਗਿਆਈਆਂ ਬੁਰਿਆਈਆਂ। ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ। ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।